ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਸੋਹਣੀ ਧੁੱਪ ਨਿਕਲੀ ਹੈ, ਪਰ ਪੰਜਾਬ ਦੇ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ। ਪੰਜਾਬ ਦੇ ਵਿੱਚ ਧੁੰਦ ਬੇਹੱਦ ਪੈ ਰਹੀ ਹੈ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਸਵੇਰ ਦੇ ਵੇਲੇ ਇੰਨੀ ਕੁ ਧੁੰਦ ਪਈ ਹੈ ਵੀ ਵੱਖ-ਵੱਖ ਥਾਵਾਂ ਤੋਂ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੈ ਕਿ ਥੋੜ੍ਹੀ ਕੁ ਦੂਰੀ ਤੱਕ ਵੀ ਕੁਝ ਦਿਸਦਾ ਨਹੀਂ ਸੀ ਸਵੇਰ ਦੇ ਵੇਲੇ। ਜਿਉਂ-ਜਿਉਂ ਸੂਰਜ ਦੀ ਟਿੱਕੀ ਚਮਕੀ ਹੈ ਤਿਉਂ-ਤਿਉਂ ਧੁੰਦ ਆ ਜਿਹੜੀ ਉਹ ਦੂਰ ਹੋਈ ਹੈ। ਪਰ ਕਹਿਣ ਦਾ ਭਾਵ ਇਹ ਹੈ ਕਿ ਧੁੰਦ ਆ ਜਿਹੜੀ ਤਰੇਲ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ ਅਤੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਇੱਕਦਮ ਪਿਛਲੇ 3-4 ਦਿਨਾਂ ਤੋਂ ਆਈ ਤਬਦੀਲੀ, ਵਧੀ ਹੋਈ ਠਾਰੀ ਹੈ ਜਿਹੜੀ ਇਹ ਲਗਾਤਾਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਦੇ ਵਿੱਚ ਵੀ ਜਕੜ ਰਹੀ ਹੈ। ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਜਾਣਕਾਰੀ ਦਿੰਦੇ ਆ ਕਿ ਇਸ ਵੇਲੇ ਖੰਘ ਜ਼ੁਕਾਮ ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਲੋਕ 2-4 ਹੋ ਰਹੇ ਆ। ਠੰਡ ਦੇ ਇਹਨਾਂ ਦਿਨਾਂ ਦੇ ਵਿੱਚ ਸਭਨਾਂ ਨੂੰ ਬਚਣਾ ਚਾਹੀਦਾ, ਕੰਮ ਕਾਜ ਵੀ ਜਾਰੀ ਰੱਖਣੇ ਚਾਹੀਦੇ ਆ। ਪਰ ਮੌਸਮ ਵਿਭਾਗ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਣੀਆਂ ਪੈਣ ਦੀ ਆਸ ਹੈ। ਹਾਲਾਂਕਿ ਲੰਘੇ ਕੱਲ੍ਹ ਵੀ ਇਹ ਜਾਣਕਾਰੀ ਸੀ, ਪਰ ਜਿਸ ਤਰੀਕੇ ਨਾਲ ਧੁੱਪ ਨਿਕਲੀ ਆ ਉਹ ਜਾਣਕਾਰੀ ਸਹੀ ਸਾਬਤ ਨਹੀਂ ਹੋਈ। ਪਰ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਠਾਰੀ ਹੋਰ ਵਧਣੀ ਹੈ, ਕਈ ਥਾਵਾਂ ਦੇ ਉੱਤੇ ਕਣੀਆਂ ਪੈਣ ਦੀ ਆਸ ਪ੍ਰਗਟਾਈ ਗਈ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਕੰਗਣਾ ਰਣੌਤ ਨੂੰ ਕਿਸਾਨਾਂ ਦੇ ਵੱਲੋਂ ਪਾਏ ਗਏ ਘੇਰੇ ਨਾਲ ਸੰਬੰਧਿਤ। ਕੰਗਣਾ ਰਣੌਤ ਦੇ ਵੱਲੋਂ ਲੰਘੇ ਵੇਲੇ ਦੇ ਵਿੱਚ ਕਿਸਾਨ ਭਾਈਚਾਰੇ ਦੇ ਬਾਰੇ, ਮਿਹਨਤਕਸ਼ ਲੋਕਾਂ ਦੇ ਬਾਰੇ, ਅੰਨਦਾਤੇ ਦੇ ਬਾਰੇ ਬਹੁਤ ਵਾਰ ਮੰਦਾ ਚੰਗਾ ਬੋਲਿਆ ਗਿਆ। ਜਦੋਂ ਵੀ ਉਹਦੇ ਵੱਲੋਂ ਮੰਦਾ ਚੰਗਾ ਬੋਲਿਆ ਗਿਆ, ਕਿਸਾਨਾਂ ਨੂੰ ਗੁੱਸਾ ਚੜ੍ਹਿਆ। ਕਿਸਾਨਾਂ ਨੇ ਬਾਰਡਰਾਂ ਦੇ ਉੱਤੇ ਬੈਠਿਆਂ ਨੇ ਉਹਦੇ ਖਿਲਾਫ ਨਾਅਰੇ ਵੀ ਲਾਏ ਆ, ਉਹਦੇ ਖਿਲਾਫ ਗੀਤਾਂ ਦੇ ਵਿੱਚ ਵੀ ਜ਼ਿਕਰ ਹੋਇਆ। ਜਿੱਥੇ ਵੀ ਭਾਸ਼ਣ ਹੁੰਦਾ ਕਿਸਾਨਾਂ ਦਾ, ਉੱਥੇ ਵੀ ਕੰਗਣਾ ਦਾ ਜ਼ਿਕਰ ਛਿੜਦਾ ਕਿ ਜਿਹੜਾ ਇਨਸਾਨ ਅੰਨ ਖਾਂਦਾ ਉਹੀ ਕਿਸਾਨਾਂ ਨੂੰ ਅੱਤਵਾਦੀ ਕਵੇ ਤੇ ਇਹ ਗੱਲ ਬਰਦਾਸ਼ਤਯੋਗ ਨਹੀਂ। ਪਰ ਜਿਹੜੇ ਬੰਦੇ ਨੂੰ ਜਿਹੋ ਜਿਹੀ ਆਦਤ ਪਈ ਹੁੰਦੀ ਆ ਉਹ ਕਦੇ ਹਟਦਾ ਨਹੀਂ। ਸਿਆਣੇ ਇਹ ਗੱਲ ਕਹਿੰਦੇ ਆ ਵੀ ਜਿਹੜੇ ਕੱਟੇ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਉਹ ਕਦੇ ਹਟਦਾ ਨਹੀਂ। ਭਾਵੇਂ ਤੁਸੀਂ ਉਹਦੇ ਰੱਸੇ ਦੇ ਉੱਤੇ ਜੋ ਮਰਜ਼ੀ ਲਾਈ ਜਾਓ, ਭਾਵੇਂ ਤੁਸੀਂ ਕੋਈ ਲੇਪ ਕਰ ਦਿਓ ਤੇ ਭਾਵੇਂ ਕੋਈ ਹੋਰ ਚੀਜ਼ ਲਾ ਦਿਓ। ਪਰ ਕੰਗਣਾ ਰਣੌਤ ਨੂੰ ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਰੋਪੜ ਦੇ ਵੱਲ ਘੇਰਾ ਪਿਆ ਅਤੇ ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਮਾਫੀ ਮੰਗ ਕੇ ਖਹਿੜਾ ਛੁਡਾਇਆ ਗਿਆ, ਇਹਦੇ ਬਾਬਤ ਨੈਸ਼ਨਲ ਮੀਡੀਆ ਦੇ ਵਿੱਚ ਵੀ ਖਬਰਾਂ ਬਣੀਆਂ। ਹਾਲਾਂਕਿ ਉਹਨੇ ਵੱਡੇ ਪੱਧਰ ਦੇ ਉੱਤੇ ਬਣ ਨਹੀਂ ਸਕੀਆਂ ਕਿਉਂਕਿ ਗੋਦੀ ਮੀਡੀਆ ਨੇ ਪੇਸ਼ਕਾਰੀ ਆਪਣੇ ਤਰੀਕੇ ਨਾਲ ਕਰਨੀ ਆ, ਪਰ ਜਿਹੜੀ ਸੱਚਾਈ ਆ ਉਹ ਵੱਖਰੀ ਗੱਲ ਆ। ਮੈਨੂੰ ਇਸ ਗੱਲ ਦੇ ਉੱਤੇ ਬੇਹੱਦ ਹੈਰਾਨੀ ਹੋਈ। ਕੰਗਣਾ ਰਣੌਤ ਦੀ ਕਾਰ ਦੇ ਆਲੇ ਦੁਆਲੇ ਜਾਂ ਉਹਦੀਆਂ ਕਾਰਾਂ ਦੇ ਕਾਫਲੇ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਕਿਸਾਨ ਖੜ੍ਹੇ ਆ। ਉਹਨਾਂ ਦੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਆ। ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਸਾਰੇ ਉੱਥੇ ਹਰ ਵਰਗ ਦੇ ਲੋਕ ਆ। ਉਹ ਕੰਗਣਾ ਰਣੌਤ ਮੁਰਦਾਬਾਦ, ਕੰਗਣਾ ਰਣੌਤ ਮਾਫੀ ਮੰਗੇ, ਇਹ ਨਾਅਰੇ ਲਾ ਰਹੇ ਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੰਗਣਾ ਰਣੌਤ ਨੇ ਜੋ ਅੱਤਵਾਦੀ ਕਿਹਾ ਕਿਸਾਨਾਂ ਨੂੰ, ਇਸ ਗੱਲ ਦੇ ਉੱਤੇ ਮਾਫੀ ਮੰਗੀ ਜਾਵੇ। ਪਰ ਉਹ ਕਾਰ ਦੇ ਵਿੱਚ ਬੈਠੀ ਇਹ ਗੱਲ ਕਹਿ ਰਹੀ ਹੈ ਕਿ ਬੌਬ ਲਿੰਚਿੰਗ ਦੀ ਇੱਕ ਨਵੀਂ ਉਦਾਹਰਨ ਦੇਖੋ। ਕਿਸ ਤਰੀਕੇ ਦੇ ਨਾਲ ਖੁਦ ਨੂੰ ਕਿਸਾਨ ਕਹਿਣ ਵਾਲੇ ਇਹ ਲੋਕ, ਇਹ ਭੀੜ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮੈਨੂੰ ਗੰਦੀਆਂ ਗਾਲਾਂ ਕੱਢ ਰਹੇ ਆ, ਇਹ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਦੇ ਵੱਲੋਂ ਮੇਰੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ, ਜਦ ਕਿ ਇਹ ਗੱਲ ਸੱਚੀ ਹੈ ਕਿ ਕੰਗਣਾ ਰਣੌਤ ਦੀਆਂ ਜਿੰਨੀਆਂ ਵੀ ਅਸੀਂ ਵੀਡੀਓ ਦੇਖੀਆਂ ਜਾਂ ਆਲੇ ਦੁਆਲੇ ਜਿੰਨੇ ਵੀ ਲੋਕਾਂ ਨੇ ਉਹਨੂੰ ਘੇਰਾ ਪਾਇਆ ਹੋਇਆ ਉਹਨਾਂ ਨੇ ਵੀਡੀਓ ਦੇਖੀਆਂ, ਕਿਸੇ ਨੇ ਉਹਨੂੰ ਕੋਈ ਗਾਲ ਨਹੀਂ ਕੱਢੀ, ਕਿਸੇ ਨੇ ਉਹਨੂੰ ਜਾਨੋਂ ਮਾਰਨ ਦੀ ਧਮਕੀ ਨਹੀਂ ਦਿੱਤੀ, ਕਿਸੇ ਨੇ ਉਹਦੇ ਖਿਲਾਫ ਅਪਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਕਿਸਾਨ ਸਿਰਫ ਇੱਕੋ ਗੱਲ ਕਹਿੰਦੇ ਰਹੇ ਕਿ ਮਾਫੀ ਮੰਗ ਜੋ ਤੂੰ ਮਾੜਾ ਚੰਗਾ ਹੁਣ ਤੱਕ ਬੋਲਿਆ। ਅਤੇ ਫਿਰ ਇਹਨਾਂ ਲੋਕਾਂ ਦਾ ਸਟੈਂਡ ਕੋਈ ਨਹੀਂ, ਕਿਉਂਕਿ ਇਹ ਲੋਕ ਕਮਰੇ ਦੇ ਵਿੱਚ ਬੈਠ ਕੇ ਹੀ ਇਨਕਲਾਬ ਲਿਆਉਣ ਵਾਲੇ ਆ। ਕਿਸੇ ਦੇ ਖਿਲਾਫ 2 ਸ਼ਬਦ ਟਿਕ ਟਿਕ ਕਰਕੇ ਲਿਖ ਦਿਓ, ਕਿਸੇ ਦੇ ਹੱਕ ਦੇ ਵਿੱਚ 2 ਸ਼ਬਦ ਲਿਖ ਦਿਓ, ਕਿਸੇ ਦੇ ਖਿਲਾਫ 2 ਸ਼ਬਦ ਬੋਲ ਦਿਓ। ਪਰ ਜਦੋਂ ਸਾਹਮਣੇ ਟਾਕਰਾ ਹੁੰਦਾ ਉਦੋਂ ਇਹ ਲੋਕ ਕਿਵੇਂ ਭੱਜਦੇ ਆ ਅਤੇ ਕਿਵੇਂ ਡਰਦੇ ਆ, ਇਹਦੀ ਇੱਕ ਉਦਾਹਰਨ ਮਿਲੀ ਆ। ਕੰਗਣਾ ਰਣੌਤ ਨੂੰ ਉਹਨਾਂ ਸਾਡੀਆਂ ਭੈਣਾਂ ਨੇ, ਉਹਨਾਂ ਮਿਹਨਤਕਸ਼ ਔਰਤਾਂ ਨੇ ਘੇਰਿਆ। ਉਹਨਾਂ ਨੇ ਉਹਦਾ ਸ਼ੀਸ਼ਾ ਥੱਲੇ ਕਰਵਾ ਕੇ ਸਵਾਲ ਕੀਤਾ ਵੀ ਤੂੰ ਹੁਣ ਤੱਕ ਸਾਨੂੰ ਕਹਿੰਦੀ ਰਹੀ ਆ ਵੀ ਭਾਈ 100-100 ਰੁਪਏ ਦੇ ਉੱਤੇ ਵਿਕਣ ਵਾਲੀਆਂ। ਪਰ ਕੰਗਣਾ ਨੇ ਉੱਥੇ ਮੌਕੇ ਦੇ ਉੱਤੇ ਗੱਲ ਪਲਟੀ ਕਰੀ, ਮੈਨੇ ਆਪ ਕੋ ਥੋੜ੍ਹੀ ਕਹਾ, ਮੈਂ ਤਾਂ ਉਹ ਸ਼ਹੀਨ ਬਾਗ ਵਾਲੀਆਂ ਔਰਤਾਂ ਨੂੰ ਕਿਹਾ। ਅਤੇ ਮੈਂ ਇਹ ਸੋਚਦਾ ਹੁਣ ਵੀ ਜੇਕਰ ਕਿਤੇ ਸ਼ਹੀਨ ਬਾਗ ਵਾਲੀਆਂ ਔਰਤਾਂ ਨੇ ਇੱਦਾਂ ਘੇਰਿਆ ਹੁੰਦਾ ਫਿਰ ਇਹਨੇ ਕਹਿਣਾ ਸੀ ਮੈਂ ਤੁਹਾਨੂੰ ਥੋੜ੍ਹੀ ਕਿਹਾ, ਮੈਂ ਤਾਂ ਕਿਸਾਨਾਂ ਦੇ ਬਾਰੇ ਇਹ ਗੱਲ ਕੀਤੀ ਸੀ। ਮਤਲਬ ਇਹ ਹੈ ਕਿ ਕੱਲ੍ਹ ਉਹਦੇ ਵੱਲੋਂ ਮਾਫੀ ਵੀ ਮੰਗੀ ਗਈ। ਇਹ ਵੀ ਗੱਲ ਕਹੀ ਗਈ ਜੇ ਕਿ ਤੁਸੀਂ ਤਾਂ ਮੇਰੀਆਂ ਮਾਵਾਂ ਵਰਗੀਆਂ, ਅਤੇ ਉਹਨਾਂ ਮਾਵਾਂ ਵਰਗੀਆਂ, ਉਹਨਾਂ ਭੈਣਾਂ ਵਰਗੀਆਂ ਔਰਤਾਂ ਨੇ ਦਰਿਆਦਿਲੀ ਦਿਖਾਈ ਅਤੇ ਇਹਨੂੰ ਜਾਣ ਦਾ ਮੌਕਾ ਦਿੱਤਾ। ਅਤੇ ਬਾਅਦ ਦੇ ਵਿੱਚ ਕੰਗਣਾ ਨੇ ਪੰਜਾਬ ਪੁਲਿਸ ਦਾ ਧੰਨਵਾਦ ਵੀ ਕੀਤਾ। ਇਸ ਸਾਰੇ ਵਰਤਾਰੇ ਤੋਂ ਇਸ ਗੱਲ ਦਾ ਸਿੱਧ ਹੋ ਜਾਣਾ ਕੁਦਰਤੀ ਹੈ, ਸਿੱਧ ਹੋ ਹੀ ਗਈ ਹੈ ਗੱਲ ਕਿ ਜਿਹੜੇ ਲੋਕ ਗਲਤ ਬੋਲਦੇ ਆ ਉਹਨਾਂ ਦੇ ਪੈਰ ਨਹੀਂ ਹੁੰਦੇ। ਇਹ ਜਿਹੜੇ ਲੋਕ ਨੇ ਇਹ ਸਿਰਫ ਆਪਦੀ ਬੱਲੇ ਬੱਲੇ ਦੀ ਖਾਤਰ ਕੁਝ ਵੀ ਕਹਿੰਦੇ ਆ, ਪਰ ਜਦੋਂ ਇਹਨਾਂ ਨੂੰ ਤਰਕ ਦੇ ਨਾਲ ਉੱਤਰ ਦੇਣੇ ਪੈਣ
ਤਾਂ ਇਹ ਭਗੌੜੇ ਹੋ ਜਾਂਦੇ ਆ। ਇਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਗਾ, ਕੋਈ ਦਲੀਲ ਨਹੀਂ ਹੁੰਦੀ ਗੀ। ਇਹ ਸਿਰਫ ਤੇ ਸਿਰਫ ਕਮਰਿਆਂ ਦੇ ਵਿੱਚ ਬੈਠ ਕੇ ਇਨਕਲਾਬ ਲਿਆਉਣ ਵਾਲੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਕੰਗਣਾ ਰਣੌਤ ਦੀ ਕਾਰ ਨੂੰ ਲੰਘੇ ਕੱਲ੍ਹ ਨਾਰਾਜ਼ ਹੋਏ ਕਿਸਾਨਾਂ ਨੇ ਘੇਰ ਲਿਆ। ਕਿਸਾਨ ਕੰਗਣਾ ਵੱਲੋਂ ਵਾਰ-ਵਾਰ ਖਾਲਿਸਤਾਨੀ ਤੇ ਅੱਤਵਾਦੀ ਕਹਿਣ ਦੇ ਉੱਤੇ ਨਾਰਾਜ਼ ਸਨ। ਪਹਿਲਾਂ ਇਹ ਘਿਰਾਓ ਚੰਡੀਗੜ੍ਹ ਊਨਾ ਨੈਸ਼ਨਲ ਹਾਈਵੇ ਤੇ ਕੀਰਤਪੁਰ ਸਾਹਿਬ ਦੇ ਵਿੱਚ ਕੀਤਾ ਗਿਆ। ਭੀੜ ਦੇ ਗੁੱਸੇ ਨੂੰ ਦੇਖ ਕੇ ਕੰਗਣਾ ਗੱਡੀ ਦੇ ਵਿੱਚੋਂ ਬਾਹਰ ਨਿਕਲੀ ਤੇ ਮਾਫੀ ਵੀ ਮੰਗੀ। ਇਸ ਤੋਂ ਬਾਅਦ ਰੋਪੜ ਟੋਲ ਪਲਾਜ਼ਾ ਦੇ ਉੱਤੇ ਵੀ ਉਸ ਦੇ ਵਿਰੋਧ ਵਾਸਤੇ ਕਿਸਾਨਾਂ ਦੀ ਭੀੜ ਜਮ੍ਹਾਂ ਹੋ ਗਈ। ਇੱਥੇ ਪੁਲਿਸ ਨੇ ਉਸ ਦੇ ਕਾਫਲੇ ਨੂੰ 200 ਮੀਟਰ ਪਹਿਲਾਂ ਹੀ ਮੁਰੰਡਾ ਦੇ ਪਿੰਡਾਂ ਵੱਲ ਮੋੜ ਦਿੱਤਾ। ਪਿੰਡਾਂ ਦੇ ਅੰਦਰ ਹੀ ਉਸ ਦਾ ਕਾਫਲਾ ਭੀੜ ਤੋਂ ਅੱਗੇ ਨਿਕਲ ਕੇ ਦੁਬਾਰਾ ਹਾਈਵੇ ਦੇ ਉੱਤੇ ਲਿਆਂਦਾ ਗਿਆ। ਕੰਗਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣੇ ਘਰ ਮਨਾਲੀ ਤੋਂ ਚੰਡੀਗੜ੍ਹ ਦੇ ਵੱਲ ਜਾ ਰਹੀ ਸੀ। ਉਸ ਨੇ ਮੁੰਬਈ ਦੀ ਫਲਾਈਟ ਫੜਨੀ ਸੀ। ਹਾਲਾਂਕਿ ਕੰਗਣਾ ਨੇ ਇਹ ਗੱਲ ਕਹੀ ਕਿ ਇਹ ਕਿਸਾਨ ਨਹੀਂ, ਕਿਸਾਨਾਂ ਦੇ ਭੇਸ ਦੇ ਵਿੱਚ ਸਨ। ਕੰਗਣਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਾਰੀ ਕਰਕੇ ਇਹਨੂੰ ਮੌਬ ਲਿੰਚਿੰਗ ਕਰਾਰ ਦਿੱਤਾ। ਕੰਗਣਾ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਘਟਨਾ ਦਾ ਵੀਡੀਓ ਸ਼ੇਅਰ ਕੀਤਾ। ਉਸ ਨੇ ਕਿਹਾ ਕਿ ਮੈਂ ਹਾਲੇ ਹਿਮਾਚਲ ਤੋਂ ਨਿਕਲੀ ਹਾਂ ਕਿਉਂਕਿ ਮੇਰੀ ਫਲਾਈਟ ਕੈਂਸਲ ਹੋ ਗਈ ਹੈ। ਜਿਉਂ ਹੀ ਮੈਂ ਪੰਜਾਬ ਦੇ ਵਿੱਚ ਕਦਮ ਰੱਖਿਆ, ਭੀੜ ਨੇ ਮੇਰੇ ਉੱਤੇ ਹਮਲਾ ਕੀਤਾ। ਇਹ ਲੋਕ ਕਹਿ ਰਹੇ ਨੇ ਕਿ ਇਹ ਕਿਸਾਨ ਨੇ। ਕੰਗਣਾ ਨੇ ਕਿਹਾ ਕਿ ਇਹ ਮੈਨੂੰ ਗੰਦੀਆਂ ਗਾਲਾਂ ਕੱਢ ਰਹੇ ਨੇ, ਜਾਨੋਂ ਮਾਰਨ ਦੀ ਧਮਕੀ ਦੇ ਰਹੇ ਨੇ। ਸਿਕਿਉਰਿਟੀ ਹੋਣ ਦੇ ਬਾਵਜੂਦ ਇਹ ਸਾਰਾ ਕੁਝ ਮੇਰੇ ਨਾਲ ਹੋ ਰਿਹਾ। ਜੇਕਰ ਮੇਰੇ ਨਾਲ ਸਿਕਿਉਰਿਟੀ ਨਾ ਹੋਵੇ ਤਾਂ ਪਤਾ ਨਹੀਂ ਮੇਰੇ ਨਾਲ ਕੀ ਹੋਵੇ। ਇਹ ਹੈਰਾਨੀਜਨਕ ਹੈ। ਇਹ ਕਿਹੋ ਜਿਹਾ ਵਿਹਾਰ ਹੈ? ਇੰਨੀ ਸਾਰੀ ਪੁਲਿਸ ਹੋਣ ਦੇ ਬਾਵਜੂਦ ਮੈਨੂੰ ਰੋਕਿਆ ਗਿਆ। ਇੱਥੇ ਵੀ ਦੱਸਣਾ ਬਣਦਾ ਕਿ ਜਿਹੜੇ ਵਕਤ ਘਿਰਾਓ ਹੋਇਆ ਕੰਗਣਾ ਦੀ ਗੱਡੀ ਦੇ ਅੱਗੇ ਉਸ ਦੀ ਸਿਕਿਉਰਿਟੀ ਵਾਹਨ ਤੇ ਇਸ ਦੇ ਅੱਗੇ ਪੰਜਾਬ ਪੁਲਿਸ ਦੀਆਂ ਵੀ 2 ਗੱਡੀਆਂ ਲੱਗੀਆਂ ਹੋਈਆਂ ਸਨ। ਇਸ ਦੇ ਬਾਵਜੂਦ ਵਿਰੋਧ ਨੂੰ ਰੋਕਿਆ ਨਹੀਂ ਜਾ ਸਕਿਆ। ਲੋਕ ਲਗਾਤਾਰ ਮੰਗ ਕਰ ਰਹੇ ਸਨ ਕਿ ਕੰਗਣਾ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲੇ ਤੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਤੇ ਔਰਤਾਂ ਤੋਂ ਮਾਫੀ ਮੰਗੇ। ਕੰਗਣਾ ਨੇ ਜੋ ਵੀਡੀਓ ਸ਼ੇਅਰ ਕੀਤਾ ਉਹਦੇ ਵਿੱਚ ਔਰਤਾਂ ਉਹਦੇ ਨਾਲ ਗੱਲਬਾਤ ਕਰਦੀਆਂ ਨਜ਼ਰ ਆ ਰਹੀਆਂ ਨੇ। ਕੰਗਣਾ ਉਹਨਾਂ ਨੂੰ ਇਹ ਗੱਲ ਕਹਿ ਰਹੀ ਹੈ ਕਿ ਮੈਂ ਤੁਹਾਡੇ ਲਈ ਕੁਝ ਨਹੀਂ ਕਿਹਾ, ਮੈਂ ਸ਼ਾਹੀਨ ਬਾਗ ਦੀਆਂ ਔਰਤਾਂ ਵਾਸਤੇ ਇਹ ਸਾਰਾ ਕੁਝ ਕਿਹਾ ਸੀ। ਜ਼ਿਕਰਯੋਗ ਹੈ ਕਿ ਔਰਤਾਂ ਕੰਗਣਾ ਦੇ ਉਸ ਬਿਆਨ ਤੋਂ ਖਫਾ ਸਨ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ 100 ਰੁਪਏ ਦੇ ਵਿੱਚ ਲੈਂਦੀਆਂ ਗਈਆਂ ਨੇ। ਕੰਗਣਾ ਨੂੰ ਭੀੜ ਨੇ ਕਾਫੀ ਜੱਦੋਜਹਿਦ ਤੋਂ ਬਾਹਰ ਜਾਣ ਦਿੱਤਾ। ਇਸ ਤੋਂ ਬਾਅਦ ਕੰਗਣਾ ਨੇ ਇੱਕ ਵੀਡੀਓ ਹੋਰ ਸ਼ੇਅਰ ਕੀਤਾ ਜਿਹਦੇ ਵਿੱਚ ਉਹ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੈਂ ਆਪਣੇ ਸ਼ੁਭ ਚਿੰਤਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਂ ਉੱਥੋਂ ਨਿਕਲ ਚੁੱਕੀ ਹਾਂ, ਮੈਂ ਪੂਰੀ ਤਰ੍ਹਾਂ ਸੁਰੱਖਿਅਤ ਹਾਂ ਤੇ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ। ਪੰਜਾਬ ਪੁਲਿਸ ਤੇ CRPF ਦਾ ਵੀ ਸ਼ੁਕਰੀਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਕੰਗਣਾ ਰਣੌਤ ਨੂੰ ਕੱਲ੍ਹ ਘੇਰਾ ਪਾਇਆ ਕਿਸਾਨਾਂ ਨੇ, ਇਹਦੇ ਉੱਤੇ ਮੇਰਾ ਖਿਆਲ ਆ ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਕੰਗਣਾ ਨੂੰ ਵੀ ਨਹੀਂ। ਅੱਜ ਜੇਕਰ ਕੰਗਣਾ ਨੂੰ ਇਸ ਗੱਲ ਦਾ ਇਤਰਾਜ਼ ਆ ਵੀ ਮੈਨੂੰ ਇੱਦਾਂ ਘੇਰਿਆ, ਮੈਨੂੰ ਇੱਦਾਂ ਸਵਾਲ ਕੀਤੇ, ਮੇਰੀਆਂ ਗੱਡੀਆਂ ਦੇ ਕਾਫਲੇ ਨੂੰ ਰੋਕ ਲਿਆ, ਮੈਨੂੰ ਸ਼ੀਸ਼ਾ ਥੱਲੇ ਕਰਨ ਦੇ ਲਈ ਕਿਹਾ ਗਿਆ, ਮੇਰਾ ਹੱਥ ਫੜ ਲਿਆ ਗਿਆ, ਮੈਨੂੰ ਖੜੀ ਹੋ ਕੇ ਬਾਹਰ ਨਿਕਲ ਕੇ ਮਾਫੀ ਮੰਗਣ ਦੇ ਲਈ ਜਾਂ ਸਭ ਦੇ ਮੂਹਰੇ ਆ ਕੇ ਆਪਣੀ ਗੱਲ ਕਹਿਣ ਦੇ ਲਈ ਕਿਹਾ ਗਿਆ, ਤਾਂ ਉਹਨੂੰ ਇਸ ਗੱਲ ਤੋਂ ਵੀ ਸਮਝਣਾ ਚਾਹੀਦਾ ਕਿ ਉਹਨੇ ਜੋ ਕੁਝ ਬੋਲਿਆ ਅੱਜ ਤੱਕ ਉਹਦੇ ਲਈ ਇਤਰਾਜ਼ ਹੋਣਾ ਕੁਦਰਤੀ ਵੀ ਹੈ। ਜੇਕਰ ਤੁਸੀਂ ਬੋਲਣ ਤੋਂ ਪਹਿਲਾਂ ਨਹੀਂ ਸੋਚੋਗੇ ਤਾਂ ਫਿਰ ਤੁਹਾਨੂੰ ਲੋਕਾਂ ਨੂੰ ਜਵਾਬ ਦੇਣੇ ਵੀ ਪੈਣਗੇ। ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ 6 ਮਹੀਨਿਆਂ ਨੂੰ, 6 ਮਹੀਨਿਆਂ ਨੂੰ ਨਹੀਂ ਤਾਂ ਸਾਲ ਨੂੰ ਦੇਣਾ ਪਊਗਾ। ਸੋ ਮੈਂ ਧੰਨਵਾਦੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਜੇਰਾ ਕਰਕੇ ਕੰਗਣਾ ਰਣੌਤ ਦੇ ਮੂਹਰੇ ਸਵਾਲ ਰੱਖੇ ਤੇ ਤਰਕ ਦੇ ਨਾਲ ਤੇ ਤਹਿਜ਼ੀਬ ਦੇ ਨਾਲ ਰੱਖੇ। ਉਹ ਕਹਿ ਰਹੀ ਹੈ ਜੀ ਕਿ ਮੈਨੂੰ ਜਾਨੋਂ ਮਾਰਨ ਦਾ ਖਤਰਾ, ਮੈਨੂੰ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਬਿਲਕੁਲ ਝੂਠ ਹੈ। ਜਿਵੇਂ ਉਹ ਪਹਿਲਾਂ ਝੂਠ ਬੋਲਦੀ ਹੈ, ਲੰਘੇ ਕੱਲ੍ਹ ਵੀ ਉਹਨੇ ਝੂਠ ਬੋਲਿਆ। ਇਹ ਤਾਂ ਬੀਬਾ ਜੀ ਉਹ ਮਹਾਨ ਕਿਸਾਨ ਆ, ਇਹ ਉਹ ਮਹਾਨ ਪੰਜਾਬੀ ਆ ਜਿਹੜੇ ਕਿ ਕਿਸੇ ਨੂੰ ਵੀ ਮਿੰਟ ਸਕਿੰਟ ਦੇ ਵਿੱਚ ਮਾਫ ਕਰ ਦਿੰਦੇ ਆ। ਕੰਗਣਾ ਰਣੌਤ ਨੇ ਮਾਫੀ ਮੰਗੀ ਵੀ ਭਾਈ ਮੈਂ ਤੁਹਾਡੇ ਬਾਰੇ ਕੁਝ ਨਹੀਂ ਕਿਹਾ ਤੇ ਮੈਂ ਸੌਰੀ ਫੀਲ ਕਰਦੀ ਹਾਂ ਜੋ ਤੁਹਾਡੇ ਮਨ ਦੇ ਉੱਤੇ ਲੱਗੀਆਂ ਗੱਲਾਂ। ਤੇ ਕਿਸਾਨਾਂ ਨੇ ਨਾਲ ਦੀ ਨਾਲ ਹੀ ਇਹ ਗੱਲ ਕਹਿਤੀ ਕਿ ਤੁਸੀਂ ਜਾਓ ਹੁਣ। ਐਡਾ ਦਰਿਆਦਲ ਕੌਣ ਹੋ ਸਕਦਾ? ਕੀ ਫਿਲਮੀ ਖੇਤਰ ਦੇ ਵਿੱਚ ਕੋਈ ਐਡਾ ਦਰਿਆਦਲ ਹੋ ਸਕਦਾ ਕਿ 1 ਸਾਲ ਉਹਨੇ ਗਾਲਾਂ ਖਾਧੀਆਂ ਹੋਣ ਤੇ 1 ਸਕਿੰਟ ਦੇ ਵਿੱਚ ਮਾਫੀ ਮੰਗਣ ਤੋਂ ਬਾਅਦ ਤੇ ਉਸਨੇ ਜਾਣ ਦੇ ਆਗਿਆ ਦੇ ਦਿੱਤੀ ਹੋਵੇ? ਇਹ ਸਿਰਫ ਸਾਡੇ ਕਿਸਾਨਾਂ ਦਾ, ਇਹ ਸਿਰਫ ਸਾਡੇ ਪੰਜਾਬੀ ਭੈਣਾਂ ਵੀਰਾਂ ਦਾ ਜੇਰਾ ਹੀ ਆ। ਤੇ ਧੰਨਵਾਦ ਉਹਨਾਂ ਭੈਣਾਂ ਦਾ ਜਿਨ੍ਹਾਂ ਦੇ ਤਰਕ ਦੇ ਨਾਲ ਸਵਾਲ ਕੀਤਾ। ਆਮ ਤੌਰ ਦੇ ਉੱਤੇ ਅਸੀਂ ਗਾਲ ਦੁੱਪੜ ਦੀ ਵਰਤੋਂ ਕਈ ਵਾਰ ਕਰਨ ਲੱਗ ਜਾਂਦੇ ਹਾਂ, ਪਰ ਕੱਲ੍ਹ ਬਹੁਤ ਤਹਿਜ਼ੀਬ ਦੇ ਨਾਲ ਪੰਜਾਬੀ ਰਹੇ। ਉਹਨਾਂ ਨੇ ਬੜੇ ਤਰਕ ਨਾਲ ਗੱਲਾਂ ਕੀਤੀਆਂ। ਉਹਨਾਂ ਨੇ ਕੰਗਣਾ ਦੀ ਔਰਤ ਹੋਣ ਕਰਕੇ ਰਿਸਪੈਕਟ ਵੀ ਕੀਤੀ ਹੈ। ਉਹਨਾਂ ਨੇ ਮਾੜੀ ਗੱਲ ਕੋਈ ਨਹੀਂ ਕਹੀ, ਬਹੁਤ ਵਧੀਆ ਗੱਲ ਲੱਗੀ ਇਹ, ਕਿਉਂਕਿ ਇੱਦਾਂ ਸਾਨੂੰ ਕਰਨਾ ਵੀ ਨਹੀਂ ਚਾਹੀਦਾ। ਮਾੜੀ ਚੰਗੀ ਗੱਲ ਕਿਹੜੀ ਵੀ ਨਹੀਂ ਚਾਹੀਦੀ। ਹਾਂ, ਸਵਾਲ ਕਰੋ, ਉੱਤਰ ਲਓ, ਤਰਕ ਦੇ ਨਾਲ ਗੱਲ ਕਰੋ, ਤਰਕ ਦੇ ਨਾਲ ਉੱਤਰ ਲਓ ਤੇ ਇਹਦੇ ਨਾਲੋਂ ਚੰਗੀ ਗੱਲ ਕੋਈ ਨਹੀਂ। ਪਰ ਜਦੋਂ ਉਹਨਾਂ ਭੈਣਾਂ ਨੇ, ਉਹਨਾਂ ਮਿਹਨਤਕਸ਼ ਮਾਵਾਂ ਭੈਣਾਂ ਨੇ ਇਹ ਗੱਲ ਕਹੀ ਕਿ ਭਾਈ ਸਾਨੂੰ ਇਹ ਦੱਸ ਵੀ 100 ਰੁਪਏ ਦੇ ਵਿੱਚ ਵਿਕਣ ਵਾਲਾ ਸਾਨੂੰ ਕਿਵੇਂ ਕਿਹਾ, ਤਾਂ ਮੈਨੂੰ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਬੇਬੇ ਮਹਿੰਦਰ ਕੌਰ ਚੇਤੇ ਆ ਗਈ ਜਿਹਦੀ ਤਸਵੀਰ ਸ਼ੇਅਰ ਕਰਕੇ ਸਾਂਝੀ ਕਰਕੇ ਇਸੇ ਕੰਗਣਾ ਨੇ ਗੱਲ ਕਹੀ ਸੀ ਕਿ 100 ਰੁਪਏ 'ਚ ਵਿਕਣ ਵਾਲੀਆਂ ਔਰਤਾਂ। ਤੇ ਉਸ ਮਹਾਨ ਬੇਬੇ ਨੇ ਇਹ ਗੱਲ ਕਹੀ ਸੀ
ਕਿ ਜੇਕਰ ਤੈਨੂੰ ਅਸੀਂ 100 ਰੁਪਏ 'ਚ ਵਿਕਣ ਵਾਲੀਆਂ ਲੱਗਦੀਆਂ ਨਾ ਤੇ ਤੈਨੂੰ ਅਸੀਂ 1000 ਰੁਪਇਆ ਦੇਣ ਦਾ ਦੇਵਾਂਗਾ, 2000 ਵੀ ਦੇ ਦੇਵਾਂਗਾ। ਆ ਜਾ ਸਾਡੇ ਖੇਤਾਂ ਦੇ ਵਿੱਚ ਨਰਮਾ ਚੁੱਕ ਕੇ ਦਿਖਾ, ਤੈਨੂੰ ਪਤਾ ਲੱਗੇ ਵੀ ਝੋਲੀ ਬੰਨ੍ਹ ਕੇ ਨਰਮਾ ਚੁਗਣਾ, ਤੈਨੂੰ ਪਤਾ ਲੱਗੇ ਵੀ ਮਿੱਟੀ ਨਾਲ ਮਿੱਟੀ ਹੋਣਾ ਕਿੰਨਾ ਔਖਾ। ਤੁਸੀਂ ਕਮਰਿਆਂ ਦੇ ਵਿੱਚ ਬੈਠ ਕੇ ਜਿਹਦੇ ਬਾਰੇ ਜੋ ਮਰਜ਼ੀ ਫਾਫਾ ਕਰ ਦਿੰਦੇ ਆ, ਇੱਦਾਂ ਦੀ ਗੱਲ ਨਹੀਂ। ਸੋ ਸਾਰੇ ਹੀ ਲੋਕਾਂ ਨੂੰ ਸਲਾਮ ਜਿਹੜੇ ਕਿ ਤਰਕ ਨਾਲ ਗੱਲ ਕਰਦੇ ਆ। ਹੋਰ ਤਰਕ ਨਾਲ ਗੱਲ ਕਰਨੀ ਚਾਹੀਦੀ ਹੈ, ਤਹਿਜ਼ੀਬ ਨਾਲ ਗੱਲ ਕਰਨੀ ਚਾਹੀਦੀ ਹੈ, ਇਸੇ ਤਰੀਕੇ ਨਾਲ ਘੇਰਾ ਪਾਉਣਾ ਚਾਹੀਦਾ। ਬੀਜੇਪੀ ਦੇ ਵੱਲੋਂ ਲਗਾਤਾਰ ਨਵੇਂ ਧਮਾਕੇ ਕੀਤੇ ਜਾ ਰਹੇ ਆ। ਮੈਨੂੰ ਕੱਲ੍ਹ ਇੱਕ ਸੱਜਣ ਨੇ ਗੱਲ ਦੱਸੀ ਜਿਹੜਾ ਕਿ ਰਾਜਨੀਤਿਕ ਮੱਸ ਬੜੀ ਗੂੜੀ ਰੱਖਦਾ ਅਤੇ ਪੰਜਾਬ ਦਾ ਇੱਕ ਵੱਡਾ ਰਾਜਨੀਤਿਕ ਆਗੂ ਆ। ਉਹਨੇ ਕਿਹਾ ਜੀ ਕਿ 10 ਦਿਨ ਦੇ ਅੰਦਰ ਅੰਦਰ ਪੰਜਾਬ ਦੇ ਬਹੁਤ ਵੱਡੇ ਵੱਡੇ ਸਿੱਖ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਆ। ਉਹਨੇ ਤਾਂ ਮੈਨੂੰ 5-7 ਦੇ ਨਾਮ ਹੀ ਦੱਸੇ ਕਿ ਫਲਾਣੇ 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 ਸ਼ਾਮਲ ਹੋਣੇ ਆ। ਪਰ ਕਿਉਂਕਿ ਮੈਂ ਜਿੰਨੀ ਦੇਰ ਤੱਕ ਕੋਈ ਅਥੈਂਟਿਕ ਭਰੋਸੇਯੋਗ ਜਾਣਕਾਰੀ ਨਹੀਂ ਸਾਹਮਣੇ ਆਉਂਦੀ ਉਨੀ ਦੇਰ ਤੱਕ ਨਾਂ ਲੈਣ ਦੀ ਕੋਈ ਤੁਕ ਨਹੀਂ ਬਣਦੀ। ਪਰ ਜੇਕਰ ਸੱਚੀ ਮੁੱਚੀ ਉਹ ਚਿਹਰੇ ਆਉਂਦੇ ਆ ਤਾਂ ਫਿਰ ਤਾਂ ਬਹੁਤ ਵੱਡੀ ਗੱਲ ਵੀ ਹੋਊਗੀ, ਤਾਂ ਫਿਰ ਬਹੁਤ ਹਿਲਾਉਣ ਵਾਲੀ ਗੱਲ ਵੀ ਹੋਊਗੀ। ਕਿਉਂਕਿ ਲੰਘੇ ਕੱਲ੍ਹ ਵੀ ਬੀਜੇਪੀ ਦੇ ਵੱਲੋਂ ਕਈ ਐਸੇ ਵੱਡੇ ਚਿਹਰੇ ਸ਼ਾਮਲ ਕੀਤੇ ਗਏ ਆ ਜਿਹਦੇ ਵਿੱਚ ਸਾਬਕਾ DGP ਤੋਂ ਲੈ ਕੇ ਸਾਬਕਾ ਵਿਧਾਇਕ ਤੋਂ ਲੈ ਕੇ ਕਈ ਹੋਰ ਵੱਖ-ਵੱਖ ਵੱਡੇ ਅਹੁਦਿਆਂ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਵਿੱਚ ਵੱਡੇ ਰੁਤਬਿਆਂ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਬੀਜੇਪੀ ਨੇ ਆਪਦੇ ਪਾਲੇ ਦੇ ਵਿੱਚ ਸ਼ਾਮਲ ਕਰ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਆਪਣੀ ਪਾਰਟੀ ਦਾ ਦਫ਼ਤਰ ਖੋਲ੍ਹ ਲਿਆ। ਅੱਜ ਉਹਨਾਂ ਦੇ ਵੱਲੋਂ ਯਾਨੀ ਕਿ ਸ਼ਨੀਵਾਰ ਨੂੰ ਉਹਨਾਂ ਦੇ ਵੱਲੋਂ JP ਨੱਡਾ ਜਿਹੜੇ ਕਿ ਰਾਸ਼ਟਰੀ ਪ੍ਰਧਾਨ ਨੇ ਬੀਜੇਪੀ ਦੇ, ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਜਾਣੀ ਆ। ਅੰਦਾਜ਼ਾ ਇਸ ਗੱਲ ਦਾ ਲੱਗ ਰਿਹਾ ਕਿ ਉਹ ਸੀਟ ਸ਼ੇਅਰਿੰਗ ਯਾਨੀ ਕਿ ਸੀਟਾਂ ਦੀ ਵੰਡ ਦੇ ਮਾਮਲੇ ਦੇ ਉੱਤੇ ਚਰਚਾ ਕਰਨਗੇ ਕਿ ਸਾਨੂੰ ਸੀਟਾਂ ਕਿੰਨੀਆਂ ਤੇ ਤੁਸੀਂ ਸੀਟਾਂ ਕਿੰਨੀਆਂ ਰੱਖੋਗੇ। ਜੇਕਰ ਢੀਂਡਸਾ ਗਰੁੱਪ ਆ ਜਾਂਦਾ ਉਹਨੂੰ ਸੀਟਾਂ ਕਿੰਨੀਆਂ ਮਿਲਣਗੀਆਂ, ਕਿਹਦਾ ਆਪਾਂ ਕੀ ਕਰਨਾ, ਕਿਹਦਾ ਕੀ ਨਹੀਂ ਕਰਨਾ। ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ, ਮਨ ਦੇ ਵਿੱਚ ਸਵਾਲ ਵੀ ਮੇਰੇ ਪੈਦਾ ਹੋ ਰਹੇ ਆ ਕਿ ਕੱਲ੍ਹ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਉਹਨਾਂ ਦੀ ਹੀ ਪਾਰਟੀ ਦੇ ਵਿਧਾਇਕ ਕੇ ਦੋਸ਼ ਲਾਉਂਦੇ ਸੀ ਕਿ ਜੀ ਫੋਨ ਕਰੇ ਤਾਂ ਫੋਨ ਨਹੀਂ ਚੱਕਿਆ ਜਾਂਦਾ, ਮਿਲਣਾ ਚਾਹੁੰਦੇ ਮਿਲਿਆ ਨਹੀਂ ਜਾਂਦਾ। ਜਿਹੜੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਫੋਨ ਚੱਕਦੇ ਨਹੀਂ ਸੀ, ਅੱਜ ਕੱਲ੍ਹ ਉਹੀ ਇਹ ਗੱਲ ਕਹਿੰਦੇ ਜੀ ਕਿ ਅਸੀਂ ਇੱਕ ਆਹ ਨੰਬਰ ਜਾਰੀ ਕੀਤਾ, ਸਾਡੀ ਪਾਰਟੀ ਦੇ ਮੈਂਬਰ ਬਣਨ ਦੇ ਲਈ ਇਸ ਨੰਬਰ ਦੇ ਉੱਤੇ ਮਿਸ ਕਾਲ ਮਾਰੋ। ਅੱਜ ਮਿਸ ਕਾਲ ਮਾਰੋ ਅਤੇ ਕੱਲ੍ਹ ਤੱਕ ਕੀਤਾ ਜਾ ਰਿਹਾ ਫੋਨ ਨਹੀਂ ਚੱਕਿਆ ਜਾਂਦਾ ਸੀ। ਸਮੇਂ ਦੀ ਪਲਟੀ ਦੇਖੋ, ਸਮਾਂ ਕਿੰਨਾ ਬਲਵਾਨ ਆ, ਇੱਦਾਂ ਵੀ ਹੋ ਜਾਂਦਾ। ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਡੋਰੇ ਵੱਖ-ਵੱਖ ਲੋਕਾਂ ਦੇ ਉੱਤੇ ਪਾਏ ਜਾ ਰਹੇ ਆ, ਜਿਵੇਂ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਕਈ ਰਾਸ਼ਟਰੀ ਏਜੰਸੀਆਂ ਇਸ ਵਕਤ ਪੰਜਾਬ ਦੇ ਕਈ ਵੱਡੇ ਚਿਹਰਿਆਂ ਵੱਡੇ ਨੇਤਾਵਾਂ ਦੇ ਪਿੱਛੇ ਲੱਗ ਸਕਦੀਆਂ। ਆਉਂਦੇ 10-12 ਦਿਨਾਂ ਦੇ ਵਿੱਚ ਕਈਆਂ ਦੇ ਉੱਤੇ ਡੋਰੇ ਪੈ ਸਕਦੇ ਆ, ਵਾਇਆ ਏਜੰਸੀਆਂ ਵੀ, ਵਾਇਆ ਹੋਰ ਵੱਖ-ਵੱਖ ਤਰੀਕਿਆਂ ਵੀ। ਇਹਦੇ ਉੱਤੇ ਹੈਰਾਨੀ ਜ਼ਰੂਰ ਹੁੰਦੀ ਹੈ ਵੀ ਕੀ ਸੱਚੀ ਮੁੱਚੀ ਇੱਦਾਂ ਹੋਊਗਾ। ਅਤੇ ਜੇਕਰ ਇੱਦਾਂ ਹੋ ਗਿਆ, ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁਕਾਬਲਾ 2 ਜਾਂ 3 ਪੱਖੀ ਨਹੀਂ ਕਈ ਪੱਖੀ ਬਣ ਜਾਣਾ। ਕਿਉਂਕਿ ਮੈਨੂੰ ਇਹ ਲੱਗਦਾ ਨਿੱਜੀ ਤੌਰ ਦੇ ਉੱਤੇ ਕਿ ਬੀਜੇਪੀ ਦੇ ਵੱਲੋਂ ਹਰ ਹਰਬਾ ਵਰਤਿਆ ਜਾਣਾ ਪੰਜਾਬ ਦੇ ਵਿੱਚ ਤਿੱਖਾ ਮੁਕਾਬਲਾ ਕਰਨ ਦੇ ਲਈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਕਿਸਾਨ ਅੰਦੋਲਨ ਖਤਮ ਹੋਣ ਦੀਆਂ ਆਸਾਂ ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਆਪਣੇ ਪੁਰਾਣੇ ਜੋੜੀਦਾਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਝਟਕੇ ਦੇ ਰਹੀ ਹੈ। ਸ਼ੁੱਕਰਵਾਰ ਨੂੰ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ 3 ਨੇਤਾਵਾਂ ਨੂੰ ਪਾਰਟੀ ਦੇ ਵਿੱਚ ਦਾਖਲ ਕੀਤਾ। ਇਹਦੇ ਵਿੱਚ ਜਲੰਧਰ ਕੈਂਟ ਤੋਂ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਅਤੇ 2 ਵਾਰ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਰਹੇ ਅਕਾਲੀ ਨੇਤਾ ਅਵਤਾਰ ਸਿੰਘ ਜੀਰਾ ਸ਼ਾਮਲ ਰਹੇ। ਬੀਜੇਪੀ ਜੁਆਇਨ ਕਰਨ ਵਾਲੇ ਤੀਜੇ ਨੇਤਾ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਭੱਟੀ ਨੇ। ਸੁਖਬੀਰ ਸਿੰਘ ਬਾਦਲ ਦੇ ਕਰੀਬੀ ਅਖਵਾਉਣ ਵਾਲੇ ਭੱਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਤਕਰੀਬਨ 18 ਸਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ। ਸ਼ੁੱਕਰਵਾਰ ਨੂੰ ਇਹਨਾਂ 3 ਅਕਾਲੀ ਨੇਤਾਵਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ DGP SS ਵਿਰਕ ਸਮੇਤ 21 ਹੋਰ ਲੋਕਾਂ ਨੇ ਵੀ ਬੀਜੇਪੀ ਨੂੰ ਜੁਆਇਨ ਕੀਤਾ। 2 ਦਿਨ ਪਹਿਲਾਂ ਹੀ ਸੀਨੀਅਰ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋਏ ਨੇ। ਮੱਕੜ ਕਈ ਦਿਨਾਂ ਤੋਂ ਅਕਾਲੀ ਦਲ ਦੇ ਨਾਲ ਨਾਰਾਜ਼ ਚੱਲ ਰਹੇ ਸਨ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਇਸ ਵਾਰ ਜਲੰਧਰ ਕੈਂਟ ਤੋਂ ਟਿਕਟ ਨਹੀਂ ਦਿੱਤੀ। ਮੱਕੜ ਜਲੰਧਰ ਕੈਂਟ ਵਿਧਾਨ ਸਭਾ ਸੀਟ ਦੇ ਉੱਤੇ ਦਾਅਵਾ ਪ੍ਰਗਟਾ ਰਹੇ ਸਨ, ਪਰ ਅਕਾਲੀ ਦਲ ਨੇ ਕਾਂਗਰਸ ਦੇ ਵਿੱਚ ਜਾ ਚੁੱਕੇ ਆਪਣੇ ਹੀ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਦੀ ਘਰ ਵਾਪਸੀ ਕਰਵਾਉਂਦੇ ਹੋਏ ਉਹਨਾਂ ਨੂੰ ਟਿਕਟ ਦੇ ਦਿੱਤੀ। ਇਹਦੇ 'ਤੇ ਮੱਕੜ ਨੇ ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਜਨਤਕ ਰੂਪ ਦੇ ਵਿੱਚ ਆਪਣੀ ਨਾਰਾਜ਼ਗੀ ਪ੍ਰਗਟਾਈ। ਸੁਖਬੀਰ ਨੇ ਉਦੋਂ ਮੱਕੜ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇਣਗੇ, ਪਰ ਮੱਕੜ ਨਹੀਂ ਮੰਨੇ ਤੇ ਭਾਜਪਾ ਵਿੱਚ ਚਲੇ ਗਏ। ਅਕਾਲੀ ਦਲ ਨੇ ਸਰਬਜੀਤ ਸਿੰਘ ਮੱਕੜ ਦੀ ਟਿਕਟ ਇਸ ਕਰਕੇ ਕੱਟੀ ਕਿਉਂਕਿ ਉਹ ਅਕਾਲੀ ਦਲ ਦੀ ਲਹਿਰ ਦੌਰਾਨ ਵੀ ਜਲੰਧਰ ਕੈਂਟ ਸੀਟ ਤੋਂ ਹਾਰ ਗਏ ਸਨ। ਹਾਲਾਂਕਿ ਹਾਰ ਦੇ ਬਾਵਜੂਦ ਅਕਾਲੀ ਦਲ ਨੇ ਪਾਰਟੀ ਦੇ ਵਿੱਚ ਮੱਕੜ ਦਾ ਪੂਰਾ ਸਨਮਾਨ ਰੱਖਦੇ ਹੋਏ ਉਹਨਾਂ ਨੂੰ
ਜਲੰਧਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਾਇਆ, ਮੱਕੜ ਨੂੰ ਭੇਡਾ ਤੇ ਪਲਾਨਿੰਗ ਬੋਰਡ ਦਾ ਚੇਅਰਮੈਨ ਵੀ ਬਣਾਇਆ ਗਿਆ। ਹੁਣ ਭਾਜਪਾ ਨੇ ਐਨ ਮੌਕੇ ਦੇ ਉੱਤੇ ਮੱਕੜ ਦੀ ਨਾਰਾਜ਼ਗੀ ਦਾ ਫਾਇਦਾ ਚੁੱਕਦਿਆਂ ਹੋਇਆਂ ਉਸ ਨੂੰ ਆਪਣੇ ਪਾਲੇ ਦੇ ਵਿੱਚ ਕਰ ਲਿਆ। ਸਰਬਜੀਤ ਸਿੰਘ ਮੱਕੜ ਨੂੰ ਇਹੋ ਜਿਹੇ ਸਮੇਂ ਪਾਰਟੀ ਜੁਆਇਨ ਕਰਵਾਈ ਗਈ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ ਜ਼ਿਲ੍ਹੇ ਦੇ ਦੌਰੇ 'ਤੇ ਸਨ ਤੇ ਨਵੀਂ ਦਿੱਲੀ ਦੇ ਵਿੱਚ ਭਾਜਪਾ ਦੇ ਪੰਜਾਬ ਚੋਣਾਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਦੇ ਵਿੱਚ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਮੱਕੜ ਨੇ ਕਿਹਾ ਕਿ ਉਹ ਜਲੰਧਰ ਕੈਂਟ ਵਿਧਾਨ ਸਭਾ ਤੋਂ ਚੋਣ ਲੜਨਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਸਾਰੇ ਹੋਰ ਨੇਤਾ ਵੀ ਬੀਜੇਪੀ ਦੇ ਵੱਲ ਔਲ ਰਹੇ ਆ ਤੇ ਔਲਦੇ ਹੀ ਰਹਿਣਗੇ ਤੇ ਕਈ ਆਉਣਗੇ ਤੇ ਕਈਆਂ ਨੂੰ ਸ਼ਾਇਦ ਜਵਾਬ ਵੀ ਮਿਲੇ, ਪਰ ਮੈਨੂੰ ਇਹ ਲੱਗਦਾ ਨਹੀਂ ਕਿ ਜਵਾਬ ਛੇਤੀ ਕਿਤੇ ਮਿਲੇ ਕਿਉਂਕਿ ਬੀਜੇਪੀ ਨੂੰ ਇਸ ਵਕਤ ਪੰਜਾਬ ਦੇ ਵਿੱਚ ਸਿੱਖ ਚਿਹਰਿਆਂ ਦੀ ਲੋੜ ਹੈ। ਪੰਜਾਬ ਦੇ ਵਿੱਚ ਇਸ ਵਕਤ ਕਈ ਕਾਂਗਰਸ ਦੇ ਵਿੱਚ ਚਿਹਰੇ ਇਹੋ ਜਿਹੇ ਸ਼ਾਮਿਲ ਹੈ, ਕਈ ਇਸ ਵਕਤ ਅਕਾਲੀ ਦਲ ਦੇ ਵਿੱਚ ਹੋਰ ਹੈ ਤੇ ਕਈ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੈ ਜਿਹੜੇ ਕਿ ਬੀਜੇਪੀ ਦੇ ਵਿੱਚ ਆਉਣ ਨੂੰ ਤਿਆਰ ਬਰ ਤਿਆਰ ਬੈਠੇ ਆ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਕੁਝ ਕੁ ਕਿਸਾਨਾਂ ਦੇ ਨਾਲ ਪ੍ਰੇਮ ਰੱਖਣ ਵਾਲੇ ਲੋਕ ਆ ਜਿਹੜੇ ਉਹ ਵੀ ਇਸ ਵਕਤ ਬੀਜੇਪੀ ਦੇ ਸੰਪਰਕ ਦੇ ਵਿੱਚ ਹੈ। ਇਹਦੇ ਬਾਬਤ ਆਉਂਦੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਭੇਤ ਖੁੱਲ੍ਹਣਗੇ। ਵੈਸੇ ਆਪਾਂ ਹੁਣੇ ਨਹੀਂ ਇਹ ਗੱਲ ਕਹਿੰਦੇ ਕਿ ਫਲਾਣੇ ਨੇ ਇਹ ਚਲੇ ਜਾਣਾ ਕਿਉਂਕਿ ਮੌਕੇ ਦੇ ਉੱਤੇ ਹੋ ਸਕਦਾ ਜਾਣਕਾਰੀ ਕੋਈ ਪੁੱਠਾ ਗੇੜਾ ਵੀ ਦੇ ਜੇ, ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਆਪਣਾ ਵੱਖ-ਵੱਖ ਲੋਕਾਂ ਨੂੰ ਸ਼ਾਮਲ ਕਰਨ ਦਾ ਪ੍ਰਬੰਧ, ਸ਼ਾਮਲ ਕਰਨ ਦਾ ਤੌਰ ਤਰੀਕਾ ਤੇਜ਼ ਕੀਤਾ ਗਿਆ, ਇਹਦੇ ਉੱਤੇ ਹਰ ਕੋਈ ਹੈਰਾਨ ਜ਼ਰੂਰ ਹੁੰਦਾ। ਤੁਸੀਂ 1 ਮਹੀਨਾ ਪਹਿਲਾਂ ਤੱਕ ਦੀ ਝਾਤ ਮਾਰ ਕੇ ਦੇਖ ਲਵੋ, ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗਣੇ, ਪਰ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੂੰ ਆਪਣੇ ਹੱਥ ਦੇ ਵਿੱਚ ਕੀਤਾ, ਜਿਸ ਤਰੀਕੇ ਦੇ ਨਾਲ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕੀਤੀ, ਜਿਵੇਂ ਪਰਾਲੀ ਦੇ ਮਾਮਲੇ ਦੇ ਉੱਤੇ ਕਾਟਾ ਫੇਰਿਆ ਵੀ ਕਿਸਾਨਾਂ ਉੱਤੇ ਅਪਰਾਧਿਕ ਪਰਚੇ ਨਹੀਂ ਦਰਜ ਹੋਣਗੇ ਪਰਾਲੀ ਸਾੜਨ ਤੇ, ਜਿਵੇਂ ਹੀ ਇਹ ਗੱਲ ਕਹੀ ਕਿ ਪਰਚੇ ਰੱਦ ਹੋਣਗੇ ਕਿਸਾਨਾਂ ਉੱਤੇ ਕੀਤੇ ਗਏ, ਨਾਲ ਦੀ ਨਾਲ ਬੀਜੇਪੀ ਨੂੰ ਖੁੱਲ੍ਹ ਕੇ ਵਿਚਰਨ ਦਾ ਮੌਕਾ ਮਿਲਿਆ ਤੇ ਪੰਜਾਬ ਦੇ ਸਿਆਸੀ ਪਿੜ ਦੇ ਵਿੱਚ ਇਸ ਵਕਤ ਬੀਜੇਪੀ ਦੇ ਵੱਖ-ਵੱਖ ਆਗੂ ਪੂਰੀ ਸਰਗਰਮੀ ਦੇ ਨਾਲ ਵਿਚਰਨਾ ਸ਼ੁਰੂ ਹੋ ਚੁੱਕੇ ਆ। ਪੰਜਾਬ ਦੇ ਵਿੱਚ ਇਸ ਵਕਤ ਰਾਜਨੀਤਿਕ ਧਮਾਕੇ ਲਗਾਤਾਰ ਹੋ ਰਹੇ ਆ ਤੇ ਹਾਲੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਤੇ ਉਸ ਤੋਂ ਪਹਿਲਾਂ ਵੀ ਕਈ ਹੋਰ ਧਮਾਕੇ ਹੋਣੇ ਆ। ਵੈਸੇ ਪੰਜਾਬ ਦੀ ਰਾਜਨੀਤੀ ਅੱਜ ਕੱਲ੍ਹ ਭੰਡਗਰੀ ਜੀ ਵਾਲੀ ਬਣ ਗਈ ਹੈ। ਕੋਈ ਕਿਸੇ ਕਲਾਕਾਰ ਨੂੰ ਸ਼ਾਮਲ ਕਰੀ ਜਾਂਦਾ, ਕੋਈ ਕਹਿੰਦਾ ਜੀ ਕਿ ਮੈਂ ਐਂ ਕਰ ਦਿਆਂਗਾ, ਕੋਈ ਕਹਿੰਦਾ ਜੀ ਅਸੀਂ ਫਲਾਣੇ ਕਲਾਕਾਰ ਦੇ ਉੱਤੇ ਡੋਰੇ ਪਾਈ ਬੈਠੇ ਹਾਂ, ਕੋਈ ਕਿਵੇਂ ਤੇ ਕੋਈ ਕਿਵੇਂ। ਪੰਜਾਬ ਦੇ ਕਈ ਕਲਾਕਾਰ, ਕਈ ਬੁੱਧੀਜੀਵੀ, ਕਈ ਨੌਜਵਾਨ ਕਿਸਾਨ ਆਗੂ ਇਸ ਵਕਤ ਵੱਖ-ਵੱਖ ਪਾਰਟੀਆਂ ਦੇ ਰੰਗ ਦੇ ਵਿੱਚ ਰੰਗੇ ਹੋਏ ਆ। ਉਹ ਸਿਰਫ ਤੇ ਸਿਰਫ ਇਸ ਗੱਲ ਨੂੰ ਤੋਲ ਰਹੇ ਆ ਵੀ ਜੇਕਰ ਅਸੀਂ ਫਲਾਣੀ ਪਾਰਟੀ ਨਾਲ ਜੁੜਦੇ ਹਾਂ ਤਾਂ ਸਾਡਾ ਕੀ ਬਣੂਗਾ, ਲੋਕ ਸਾਡੇ ਪ੍ਰਤੀ ਕੀ ਨਜ਼ਰ ਤੇ ਨਜ਼ਰੀਆ ਰੱਖਣਗੇ, ਜੇਕਰ ਅਸੀਂ ਆਪਦੀ ਪਾਰਟੀ ਬਣਾਉਂਦੇ ਹਾਂ ਤਾਂ ਅਸੀਂ ਕਿੱਥੇ ਜੇ ਖੜਾਂਗੇ। ਇਹ 10 ਕਿਰਨਾਂ ਦੇ ਵਿੱਚ ਸਾਰੀ ਗੱਲ ਕਲੀਅਰ ਹੋ ਜਾਣੀ ਹੈ ਕਿ ਪੰਜਾਬ ਦੇ ਵਿੱਚ ਕਿੰਨੀਆਂ ਨਵੀਆਂ ਪਾਰਟੀਆਂ ਹੋਰ ਬਣਦੀਆਂ ਜਾਂ ਪੰਜਾਬ ਦੀ ਕਿਹੜੀ ਪਾਰਟੀ ਦੇ ਵਿੱਚ ਛਾਲ ਮਾਰ ਕੇ ਕੌਣ ਜਾਂਦਾ। ਪਰ ਇਹਦੇ ਵਿੱਚ ਮੇਰਾ ਨਹੀਂ ਖਿਆਲ ਕਿ ਹੁਣ ਕੋਈ ਦੋ ਰਾਇਆਂ ਕਿ ਬੀਜੇਪੀ ਪੰਜਾਬ ਦੇ ਵਿੱਚ ਪੱਕੇ ਪੈਰੀ ਹੋਣ ਦੇ ਲਈ ਬਹੁਤ ਕੁਝ ਕਰ ਰਹੀ ਹੈ ਤੇ ਬਹੁਤ ਕੁਝ ਕਰਨਾ ਬਾਕੀ ਹੈ। ਅਕਾਲੀ ਦਲ ਦੇ ਮੂਹਰੇ ਚੁਣੌਤੀਆਂ ਦਾ ਪਹਾੜ ਖੜਾ ਇਸ ਵੇਲੇ। ਕਾਂਗਰਸ ਇਸ ਵਕਤ ਇਸ ਕਰਕੇ ਕੰਬੀ ਹੋਈ ਹੈ ਕਿਉਂਕਿ ਉਹਦਾ ਅੰਦਰੂਨੀ ਕਲੇਸ਼ ਨਹੀਂ ਟਿਕਣ ਦੇ ਰਿਹਾ, ਪਿਛਲੇ ਸਮੇਂ ਦੇ ਵਿੱਚ ਕੀਤਾ ਕੁਝ ਨਹੀਂ, ਇਸ ਕਰਕੇ ਉਹਨੂੰ ਕਲਾਕਾਰਾਂ ਦੀ ਵੀ ਲੋੜ ਪੈਂਦੀ ਹੈ ਤੇ ਭੰਡਗਿਰੀ ਹੈ ਜਿਹੜੀ ਉਹ ਸਾਡੀ ਸਿਆਸਤ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਚੱਲਦੀ ਹੈ। ਇਹਨੇ ਹੋਰ ਵੀ ਹਾਲੇ ਚੱਲਣਾ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਇਹੋ ਜਿਹੇ ਨਵੇਂ ਮੋੜ ਆਉਣ ਦੀ ਆਸ ਹੈ ਜਿਹਦੇ ਬਾਬਤ ਸ਼ਾਇਦ ਕਿਸੇ ਨੇ ਕਦੇ ਕਿਆਸ ਤੱਕ ਨਾ ਕੀਤਾ ਹੋਵੇ। ਕਿਸਾਨ ਭਰਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ, ਖਾਸ ਕਰਕੇ ਰਾਕੇਸ਼ ਟਕੈਤ ਹੋਰਾਂ ਦੇ ਵੱਲੋਂ। ਹਾਲਾਂਕਿ ਹਰ ਕੋਈ ਆਪੋ ਆਪਣੀ ਸੋਚ ਦਾ ਮਾਲਕ ਆ, ਹਰ ਕੋਈ ਇਹ ਗੱਲ ਕਹਿੰਦਾ ਜੀ ਕਿ ਜੋ ਮੈਂ ਕਹਿ ਰਿਹਾ ਉਹ ਬਿਲਕੁਲ ਦਰੁਸਤ ਹੈ, ਪਰ ਰਾਕੇਸ਼ ਟਕੈਤ ਹੋਰਾਂ ਨੇ ਦੋ ਟੁੱਕੇ ਗੱਲ ਕਹਿਤੀ ਹੈ ਵੀ ਅਸੀਂ ਇੱਕ ਨਵਾਂ ਨਾਅਰਾ ਦਿੱਤਾ ਕਿ ਜੇ MSP ਹੁਣ ਨਹੀਂ ਤਾਂ ਫਿਰ ਕਦੇ ਵੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ MSP ਲੈ ਤੋਂ ਬਿਨਾਂ ਭਾਈ ਅਸੀਂ ਜਾਣਾ ਨਹੀਂਗਾ, ਕੋਈ ਮੰਗਦਾ ਕਵੇ ਕੋਈ ਚੰਗਾ ਕਵੇ, ਅਸੀਂ ਇੱਥੋਂ ਮੁੜ ਕੇ ਜਾਣ ਵਾਲੇ ਨਹੀਂ। MSP ਦੇ ਮਾਮਲੇ ਦੇ ਉੱਤੇ ਸੰਤੁਸ਼ਟੀਜਨਕ ਤਸੱਲੀਜਨਕ ਸਾਨੂੰ ਉੱਤਰ ਮਿਲੇ ਤਾਂ ਫਿਰ ਅਸੀਂ ਉਸ ਤੋਂ ਬਾਅਦ ਜਾਣ ਬਾਰੇ ਸੋਚਾਂਗੇ, ਉਸ ਤੋਂ ਪਹਿਲਾਂ ਅਸੀਂ ਜਾਣ ਬਾਰੇ ਭੋਰਾ ਵੀ ਨਹੀਂ ਸੋਚਣਾ, ਉੱਕਾ ਨਹੀਂ ਸੋਚਣਾ। ਇਹ ਗੱਲ ਮੈਨੂੰ ਨਿੱਜੀ ਤੌਰ ਦੇ ਉੱਤੇ ਚੰਗੀ ਵੀ ਲੱਗਦੀ ਆ। 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਕਮੇਟੀਆਂ ਬਹੁਤ ਸਾਰੀਆਂ ਇਸ ਤੋਂ ਪਹਿਲਾਂ ਵੀ ਬਣੀਆਂ। ਇਸ ਤੋਂ ਪਹਿਲਾਂ ਪੰਜਾਬ ਦੇ ਕੁਝ ਕਿਸਾਨ ਆਗੂਆਂ ਨੇ ਕਿਹਾ ਸੀ ਜੀ ਕਿ ਮਸਲੇ ਸਾਰੇ ਹੱਲ ਹੋ ਗਏ, ਹੁਣ ਆਪਾਂ ਘਰਾਂ ਨੂੰ ਚਾਲੇ ਪਾਉਣੇ ਆ। ਅੱਜ 4 ਤਰੀਕ ਆ, ਅੱਜ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਆ। ਇਸ ਮੀਟਿੰਗ ਦੇ ਵਿੱਚ ਅਗਲਾ ਵੱਡਾ ਫੈਸਲਾ ਲਿਆ ਜਾਊਗਾ ਕਿ ਆਪਾਂ ਵਾਪਸ ਮੁੜਨਾ ਜਾਂ ਆਪਾਂ ਇੱਥੇ ਬੈਠ ਕੇ ਨਵੇਂ ਸਿਰੇ ਤੋਂ ਕੋਈ ਹੋਰ ਲੜਾਈ ਲੜਨੀ ਆ, ਅਸੀਂ ਕਿਵੇਂ ਮੰਗ ਰੱਖਣੀ ਤੇ ਕਿਵੇਂ ਆਪਣੀਆਂ ਮੰਗਾਂ ਬਾਕੀ ਰਹਿਣੀਆਂ ਮਨਵਾਉਣੀਆਂ। ਜਦੋਂ ਘਰਾਂ ਤੋਂ ਆਪਾਂ ਤੁਰੇ ਸੀ ਕਿਸਾਨ ਸਾਰੇ ਵੱਖ-ਵੱਖ ਸੂਬਿਆਂ ਤੋਂ, ਉਦੋਂ ਸੀ 3 ਖੇਤੀ ਕਾਨੂੰਨ ਤੇ MSP ਦੀ ਗੱਲ। ਪਰ 1 ਸਾਲ ਦੇ ਵਿੱਚ ਹੋਰ ਬਹੁਤ ਕੁਝ ਵਾਪਰਿਆ। ਕਿਤੇ ਲਾਠੀਚਾਰਜ ਹੋਇਆ, ਕਿਤੇ ਪਰਚੇ ਦਰਜ ਹੋਏ, ਕਿਤੇ ਲਖੀਮਪੁਰ ਖੀਰੀ ਕਾਂਡ ਵਾਪਰਿਆ, ਕਿਤੇ ਕਿਸਾਨ ਸ਼ਹੀਦ ਹੋਏ। ਸੋ ਇਹਨਾਂ ਸਾਰੀਆਂ ਗੱਲਾਂ ਦਾ 1 ਸਾਲ ਦੇ ਵਿੱਚ ਵਾਪਰਨਾ
ਤੇ ਉਹਨਾਂ ਦੇ ਕੋਲੋਂ ਹੀ ਭਰਪਾਈ ਕਰਵਾਉਣੀ ਆ ਜਿਨ੍ਹਾਂ ਦੇ ਖਿਲਾਫ ਅਸੀਂ ਅੰਦੋਲਨ ਛੇੜਿਆ। ਸੋ ਉਹ ਹੁਣ ਜਿੰਨੀ ਦੇਰ ਤੱਕ ਇਹ ਸਾਰੀਆਂ ਗੱਲਾਂ ਮੰਨਦੇ ਨਹੀਂ ਹੁਕਮਰਾਨ, ਤਾਂ ਕਿਸਾਨਾਂ ਦੇ ਇੱਕ ਹਿੱਸੇ ਨੇ, ਕਿਸਾਨ ਆਗੂਆਂ ਦੇ ਇੱਕ ਹਿੱਸੇ ਨੇ ਗੱਲ ਕਹੀ ਹੈ ਕਿ ਅਸੀਂ ਭਾਈ ਵਾਪਸ ਨਹੀਂ ਜਾਵਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਰਾਕੇਸ਼ ਟਕੈਤ ਨੇ ਕਿਹਾ ਕਿ ਅਸੀਂ ਜਿੰਨੀ ਦੇਰ ਤੱਕ MSP ਦੇ ਉੱਤੇ ਕੋਈ ਪੱਕੀ ਗਰੰਟੀ ਨਹੀਂ ਮਿਲਦੀ ਉਨੀ ਦੇਰ ਤੱਕ ਵਾਪਸ ਜਾਣ ਵਾਲਿਆਂ ਵਿੱਚੋਂ ਨਹੀਂ ਆ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਕਿਸਾਨ ਵਾਪਸ ਜਾਣ ਦੇ ਲਈ ਤਿਆਰੀਆਂ ਖਿੱਚੀ ਬੈਠੇ ਨੇ। ਹਾਂ, ਅਸੀਂ ਤਿਆਰ ਹਾਂ ਜਾਣ ਦੇ ਲਈ, ਪਰ ਮੰਗਾਂ ਮਨਵਾ ਕੇ ਜਾਵਾਂਗੇ, ਇਸ ਤੋਂ ਇਲਾਵਾ ਨਹੀਂ। ਉਹਨਾਂ ਨੇ ਕਿਹਾ ਕਿ ਕਮੇਟੀਆਂ ਬਣਾਉਣ ਦੀ ਗੱਲ ਦੇ ਉੱਤੇ ਅਸੀਂ ਭੋਰਾ ਯਕੀਨ ਨਹੀਂ ਕਰਦੇ। 5 ਕਿਸਾਨ ਆਗੂਆਂ ਨੂੰ ਕਮੇਟੀ ਦੇ ਵਿੱਚ ਸ਼ਾਮਲ ਕਰਨ ਦਾ ਮਤਲਬ ਇਹ ਨਹੀਂ ਕਿ ਮਸਲੇ ਹੱਲ ਹੋ ਗਏ। ਸਾਨੂੰ ਇਹ ਦੱਸਿਆ ਜਾਵੇ ਕਿ MSP ਦੇ ਮਾਮਲੇ ਦੇ ਉੱਤੇ ਸੰਤੁਸ਼ਟੀਜਨਕ ਮਸਲਾ ਹੱਲ ਕਦੋਂ ਹੋਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਅਸੀਂ ਇਹ ਗੱਲ ਕਹਾਂਗੇ, ਕਿਸਾਨ ਆਗੂਆਂ ਨੂੰ ਜਿਸ ਤਰੀਕੇ ਨਾਲ 1 ਸਾਲ ਅਸੀਂ ਦੇਖਿਆ ਉਵੇਂ ਹੀ ਇਕਜੁੱਟ ਹੁਣ ਵੀ ਰਹਿਣਾ ਚਾਹੀਦਾ। ਜੇ ਅਸੀਂ ਇਸ ਮੋੜ ਦੇ ਉੱਤੇ ਆ ਕੇ ਖਿੰਡ ਗਏ ਤਾਂ ਜੱਗ ਹਸਾਈ ਦਾ ਪਾਤਰ ਬਣਾਂਗੇ। ਇਹ ਗੱਲ ਸੱਚੀ ਹੈ ਵੀ ਕੁਝ ਕੁ ਲੋਕਾਂ ਨੂੰ ਹੋ ਸਕਦਾ ਵੀ ਚੋਣ ਲੜਨ ਦੀ ਕਾਹਲੀ ਹੋਵੇ, ਇਹ ਉਹਨਾਂ ਦੀ ਆਪਣੀ ਇੱਛਾ ਹੋ ਸਕਦੀ ਹੈ। ਅਸੀਂ ਚਾਹੁੰਦੇ ਕਿ ਉਹਨਾਂ ਦੀ ਇੱਛਾ ਨੂੰ ਭਾਗ ਵੀ ਲੱਗਣ, ਪਰ ਲੋਕ ਆ ਜਿਹੜੇ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਉਹਨਾਂ ਦੇ ਪ੍ਰਤੀ ਵੀ ਆਪਾਂ ਜਵਾਬਦੇਹ ਹਾਂ, ਕਿਉਂਕਿ ਉਹਨਾਂ ਨੇ ਵੀ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਬਹੁਤ ਕੁਝ ਇਸ ਅੰਦੋਲਨ ਦੇ ਵਿੱਚ ਪਾਇਆ। ਸੋ ਜਦੋਂ ਹੁਣ ਅਸੀਂ 75% ਤੋਂ ਵੱਧ ਜੰਗ ਜਿੱਤ ਚੁੱਕੇ ਹਾਂ ਤਾਂ ਫਿਰ ਸਾਨੂੰ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੂੰ ਆਪਸ ਦੇ ਵਿੱਚ ਡਹਿਣਾ ਨਹੀਂ ਚਾਹੀਦਾ। ਸਾਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ, ਇਕਜੁੱਟ ਹੋ ਕੇ ਸਮਾਪਤੀ ਵੀ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਇਕਜੁੱਟ ਹੋ ਕੇ ਸ਼ੁਰੂਆਤ ਕੀਤੀ ਸੀ। ਸੋ ਘਰ ਆਉਣ ਦੀ ਕਾਹਲੀ ਦੇ ਵਿੱਚ ਅਸੀਂ ਜੋ ਲੰਘੇ ਵੇਲੇ ਦੇ ਵਿੱਚ ਹੰਡਾਇਆ ਜਾਂ ਅਸੀਂ ਇਕੱਠੇ ਰਹੇ ਹਾਂ, ਇਸ ਗੱਲ ਨੂੰ ਵਿਸਾਰਨਾ ਨਹੀਂ ਚਾਹੀਦਾ। ਸਾਡੇ ਵਿਚਾਰਧਾਰਕ ਮਤਭੇਦ ਕੁਝ ਥਾਵਾਂ 'ਤੇ ਹੋ ਸਕਦੇ ਆ, ਪਰ ਇਹ ਘਰ ਦੀ ਗੱਲ ਹੈ, ਇਹਨੂੰ ਨਸ਼ਰ ਕਰਕੇ ਮਿੱਟੀ ਨਹੀਂ ਪੱਟਣੀ ਚਾਹੀਦੀ ਇੱਕ ਦੂਜੇ ਦੀ। ਮੈਨੂੰ ਆਸ ਹੈ ਵੀ ਕਿਸਾਨ ਇਕਜੁੱਟਤਾ ਦੇ ਨਾਲ ਕੇਂਦਰ ਦੀ ਸਰਕਾਰ ਨੂੰ MSP ਦੇ ਮਾਮਲੇ ਦੇ ਉੱਤੇ ਵੀ ਝੁਕਾਉਣਗੇ, ਜਿਵੇਂ ਕਿ 3 ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਝੁਕਾਇਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।